2022 विधान सभा चुनावी वादे ते चुनावी तड़का बस गल 2022 दी खास प्रोग्राम चुनावी तड़का दे विच मैं गुरजोत तुहाडा स्वागत करदी हां। इस प्रोग्राम दे विच तड़के लगणगे सियासतदानां दे बयानां नूं, तड़के लगणगे चोण वादियां नूं, तड़का लोकां नूं जवाबदेही दा भी होएगा। करदे हां शुरुआत। 22 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਦੇ ਲਈ ਹਰ ਪਾਰਟੀ ਹਰ ਟੋਟਕਾ ਵਰਤਦੀ ਹੈ ਤੇ ਇਸ ਵਾਰ 22 ਲਈ ਤਾਂ ਪਾਰਟੀਆਂ ਵੀ ਕਈ ਤਿਆਰ ਨੇ ਤੇ ਗੱਠਜੋੜ ਦੇ ਵੀ ਕਈ ਸਮੀਕਰਨ ਨੇ। ਇੱਥੋਂ ਤੱਕ ਕਿ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਐਲਾਨ ਦਿੱਤਾ ਹੈ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਪ, ਬੀਜੇਪੀ ਤੇ ਕਿਸਾਨਾਂ ਦੀ ਪਾਰਟੀ ਕਈ ਆਪਸ਼ਨਸ ਲੋਕਾਂ ਨੂੰ ਮਿਲ ਰਹੇ ਨੇ, ਪਰ ਇੱਕ ਦੂਜੇ ਤੇ ਚੁਣਾਵੀ ਤੜਕੇ ਜਾਰੀ ਨੇ। ਲੋਕਾਂ ਦੇ ਜ਼ਿਹਨ ਦੇ ਵਿੱਚ ਇਸ ਵੇਲੇ ਕਈ ਦੁਵਿਧਾਵਾਂ, ਕਈ ਸਵਾਲ ਨੇ, ਕੰਫਿਊਜ਼ਨਸ ਨੇ ਕਿ ਕਿਹੜੀ ਪਾਰਟੀ ਦਾ ਬਿਆਨ ਸਹੀ ਤੇ ਭਰੋਸੇਯੋਗ ਹੈ, ਕਿਹੜੀ ਪਾਰਟੀ ਦਾ ਉਮੀਦਵਾਰ ਇਮਾਨਦਾਰ ਹੈ। ਅਸੀਂ ਕਿਹੜੇ ਸੰਗਠਨ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕਦੇ ਹਾਂ? ਇਸ ਦਾ ਜਵਾਬ ਸ਼ਾਇਦ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਮਿਲ ਜਾਵੇ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਅਸੀਂ ਜ਼ਿਕਰ ਉਹਨਾਂ ਬਿਆਨਾਂ ਦਾ ਕਰਾਂਗੇ ਜੋ ਆਮ ਤੌਰ ਤੇ ਤੁਹਾਨੂੰ ਵਾਰ-ਵਾਰ ਸੁਣਨ ਨੂੰ ਨਹੀਂ ਮਿਲਦਾ। ਜ਼ਿਕਰ ਉਸ ਚੁਣਾਵੀ ਤੜਕਿਆਂ ਦਾ ਕਰਾਂਗੇ ਜਿਸ ਨੂੰ ਸੁਣਨਾ ਹਰ ਇੱਕ ਲਈ ਦਿਲਚਸਪ ਹੈ। ਹਰ ਹਫਤੇ ਦੇ ਇੱਕ ਖਾਸ ਦਿਨ ਤੁਹਾਡੇ ਤੱਕ ਇਹ ਪ੍ਰੋਗਰਾਮ ਲੈ ਕੇ ਆਵਾਂਗੇ ਕਿ ਕਿਹੜੇ ਬਿਆਨਾਂ ਤੇ ਆਇਆ ਦੂਜੇ ਦਾ ਜਵਾਬ, ਕਿਸ ਬਿਆਨ ਦੇ ਨਾਲ ਪਈ ਹਾਸੇ ਦੀ ਕਿਲਕਾਰੀ ਤੇ ਕਿਹੜੇ ਚੁਣਾਵੀ ਵਾਅਦੇ ਲੋਕਾਂ ਨੇ ਉਲਟਾ ਲੀਡਰਾਂ ਨੂੰ ਸਵਾਲ ਪੁੱਛੇ। ਬਸ 2-3 ਦਿਨ 4 ਦਿਨ ਰਹਿ ਗਏ। ਪਰ ਸਭ ਤੋਂ ਪਹਿਲਾਂ ਪਪੂਲਰ ਹੋਏ ਸੀਐਮ ਚੰਨੀ ਆਪਣੇ ਤੇ ਬਣੇ ਟ੍ਰੋਲਾਂ ਤੇ ਕੀ ਕਹਿ ਰਹੇ ਨੇ, ਇਹ ਜ਼ਰੂਰ ਸੁਣਦੇ ਹਾਂ। ਫਿਰ ਉਹਨਾਂ ਨੇ ਕਹਿਣਾ ਇਹ ਭਲਾਸ ਨਾਲ ਤਾਰਾਂ ਵੀ ਠੀਕ ਕਰ ਲੈਂਦਾ। ਦੇਖ ਲਓ, ਮੈਂ ਤਾਂ ਕਰ ਦਾਂਗਾ, ਉਹਨਾਂ ਨੂੰ ਤਕਲੀਫ ਹੋ ਜਾਣੀ। ਵੈਸੇ ਕਰ ਲੈਂਦਾ ਮੈਂ। ਘਰ ਦੇ ਵਿੱਚ ਹੁਣ ਸਾਡੇ ਕੋਲ ਕਿਹੜੇ ਕੋਈ ਨੌਕਰ ਸੀ ਕਿ ਮੰਜਾ ਕੋਈ ਹੋਰ ਆ ਕੇ ਬੁਣੇ? ਸਾਡੇ ਕਿਹੜੇ ਉੱਥੇ ਕੋਈ ਨੌਕਰਾਂ ਦੀ ਲਾਈਨ ਲੱਗੀ ਹੋਈ ਸੀ ਵੀ ਧਾਰ ਕੋਈ ਹੋਰ ਚੋਏਗਾ? ਮੈਂ ਆਪ ਆਪਣੇ ਘਰ ਦੀ ਧਾਰ ਚੋਂਦਾ ਸੀ। ਲੱਗੇ ਹੁੰਦਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀਆਂ ਰੈਲੀਆਂ ਦੇ ਦੌਰਾਨ ਅਕਸਰ ਤੁਸੀਂ ਨਾਅਰੇ ਸੁਣੇ ਹੋਣਗੇ, ਪਰ ਇਹ ਮੰਨ ਸਕਦੇ ਹੋ ਕਿ ਇਹਨਾਂ ਨਾਅਰਿਆਂ ਜਕਾਰਿਆਂ ਤੋਂ ਸੁਖਬੀਰ ਬਾਦਲ ਡਿਸਟਰਬ ਵੀ ਹੋਏ ਹੋਣਗੇ। ਨਹੀਂ ਯਕੀਨ ਆਉਂਦਾ। ਹਰ ਕਾਲਜ ਵਿੱਚ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਵਾਸਤੇ ਵੱਖਰੀ ਪੈਣੀ ਹੈ। ਸੋਚ ਤੇ ਪਹਿਰਾ ਦੇਾਂਗੇ ਠੋਕ। ਸੁਖਬੀਰ ਤੇਰੀ ਸੋਚ ਤੇ। ਇੱਕ ਮਿੰਟ ਵਿੱਚ ਡਿਸਟਰਬ ਨਾ ਕਰੋ ਯਾਰ। ਸੁਣਿਆ? ਇੱਕ ਵਾਰ ਫਿਰ ਜ਼ਰਾ ਗੌਰ ਦੇ ਨਾਲ ਸੁਣਦੇ ਹਾਂ। ਹਰ ਕਾਲਜ ਵਿੱਚ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਵਾਸਤੇ ਵੱਖਰੀ ਪੈਣੀ ਹੈ। ਸੋਚ ਤੇ ਪਹਿਰਾ ਦੇਾਂਗੇ ਠੋਕ। ਸੁਖਬੀਰ ਤੇਰੀ ਸੋਚ ਤੇ। ਇੱਕ ਮਿੰਟ ਵਿੱਚ ਡਿਸਟਰਬ ਨਾ ਕਰੋ ਯਾਰ। ਓ ਨੋ। ਅਜਿਹਾ ਸਿਰਫ ਇੱਕ ਰੈਲੀ ਦੇ ਵਿੱਚ ਨਹੀਂ ਬਲਕਿ ਕਈ ਰੈਲੀਆਂ ਨੇ। ਨਵਜੋਤ ਸਿੱਧੂ ਦੀ ਰੈਲੀ ਦੇ ਵਿੱਚ ਵੀ ਸਿੱਧੂ ਨੂੰ ਸੁਣ ਲੈਂਦੇ ਆ ਕਿ ਬੀਬੀ ਨੂੰ ਕੀ ਕਹਿ ਗਏ। ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ। ਵੇਖ ਲੈ, ਪਹਿਲਾਂ ਨਹੀਂ ਨਾਰਾ ਲਾਇਆ, ਜਦੋਂ ਮੈਂ ਬੇਟੀਆਂ ਦੀ ਗੱਲ ਕੀਤੀ ਉਦੋਂ ਬੀਬੀ ਨੇ ਨਾਰਾ ਲਾਇਆ। ਸ਼ਾਬਾਸ਼ ਏ, ਸ਼ਾਬਾਸ਼ ਏ। ਤੇ ਹਮੇਸ਼ਾ ਆਪਣੇ ਹਾਸੇ ਲਹਿਜ਼ੇ ਦੇ ਲਈ ਜਾਣੇ ਜਾਂਦੇ ਭਗਵੰਤ ਮਾਨ ਨੇ ਸੁਣੋ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਲਈ ਕੀ ਕੁਝ ਕਿਹਾ। ਹਰ ਮਹਿਕਮੇ 'ਚ ਰਿਟਾਇਰਮੈਂਟ ਹੈ। ਸੈਂਟਰ ਵਾਲੇ 60 ਸਾਲ ਤੇ ਰਿਟਾਇਰ ਹੋ ਜਾਂਦੇ ਨੇ, ਪੰਜਾਬ ਦੇ ਮੁਲਾਜ਼ਮ 58 ਤੇ ਹੋ ਜਾਂਦੇ ਨੇ। ਲੀਡਰੀ 'ਚ ਕੋਈ ਰਿਟਾਇਰਮੈਂਟ ਹੀ ਨਹੀਂ ਯਾਰ, ਹਟਦੇ ਹੀ ਨਹੀਂ। ਹੁਣ ਵੱਡੇ ਬਾਦਲ ਸਾਹਿਬ ਨੇ 94 ਸਾਲ ਦੇ ਹੋ ਗਏ। ਚਲੋ ਪ੍ਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ। ਮੈਂ ਤਾਂ ਕਹਿਣਾ ਉਹ ਆਪਣੇ ਅੱਖੀਂ ਆਪਦੇ ਹੱਥੀਂ ਬਣਾਇਆ ਹੋਇਆ ਅਕਾਲੀ ਦਲ ਦਾ ਹਾਲ ਦੇਖ ਕੇ ਜਾਣ। 94 ਸਾਲ ਦੀ ਉਮਰ ਹੈ। ਹੁਣ ਬਹਿ ਕੇ ਤਾਸ਼ ਤੂਸ਼ ਖੇਡੋ ਉੱਥੇ ਪਿੰਡ, ਬਜ਼ੁਰਗਾਂ ਨਾਲ ਗੱਲਾਂ ਕਰੋ ਨਾ। 4 ਜਾਣੇ ਇੱਧਰੋਂ ਫੜਦੇ ਆ, 4 ਜਾਣੇ ਇੱਧਰੋਂ ਫੜਦੇ ਆ, ਐਂ ਲੈ ਜਾਂਦੇ ਆ ਸਟੇਜ ਤੇ। ਜਾਣ ਸਾਰ ਕਹਿ ਦਿੰਦੇ ਆ ਇੱਕ ਮੌਕਾ ਹੋਰ ਦਿਓ ਜੀ, ਸੇਵਾ ਕਰਾਂਗੇ। ਐਨੀ ਦਿਨੀ ਜਿੱਥੇ ਚੁਣਾਵੀ ਵਾਅਦਿਆਂ ਐਲਾਨਾਂ ਦੀ ਭਰਮਾਰ ਸੀ ਤਾਂ ਘਰਾਂ ਦੇ ਵਿੱਚ ਬੈਠੇ ਪੰਜਾਬ ਦੇ ਲੋਕ ਸੋਚੀ ਇਸ ਲਈ ਵੀ ਪੈ ਗਏ ਕਿ ਸਿਆਸੀ ਲੀਡਰਾਂ ਦੇ ਇੱਕ ਦੂਜੇ ਤੇ ਤਾਬੜਤੋੜ ਹਮਲੇ ਦੇ ਪਿੱਛੇ ਅਸਲ ਮਸਲਾ ਵਾਕਈ ਲੋਕਾਂ ਦਾ ਮੁੱਦਾ ਜਾਂ ਸਿਆਸੀ ਮੁਫਾਦ ਹੈ। ਇਹ ਅਸੀਂ ਨਹੀਂ, ਲੋਕ ਕਹਿੰਦੇ ਨੇ। ਵੀਰ ਆਈ ਤੋਂ ਹੀ ਪਤਾ ਲੱਗੂ ਵੀ ਕੀ ਕਰਦੀ ਆ, ਕਿਉਂਕਿ ਪਹਿਲਾਂ ਵੀ ਤਾਂ ਵਾਅਦੇ ਤਾਂ ਸਾਰੀਆਂ ਕਰਦੀਆਂ ਸੀ, ਪਰ ਉਹਦਾ ਜੋ ਆਉਂਦੇ ਉਦੋਂ ਤਾਂ ਸਾਰੇ ਮੁੱਕਰ ਜਾਂਦੇ ਨੇ। ਬਿਲਕੁਲ ਵੀ ਨਹੀਂ। ਇਸ ਟਾਈਮ ਤੇ ਕਿਸੇ ਤੇ ਵੀ ਆਪਾਂ ਮਤਲਬ ਯਕੀਨ ਕਰਨ ਵਾਸਤੇ ਨਹੀਂ ਹੈਗੇ। ਹੁਣ ਕੋਈ ਗੱਲ ਪੂਰੀ ਨਹੀਂ ਹੋਈ, ਕੋਈ ਨੌਕਰੀ ਨਹੀਂ ਮਿਲੀ। ਅਸੀਂ ਬੇਰੁਜ਼ਗਾਰੀ ਘੁੰਮ ਰਹੇ ਹਾਂ।
ਜੋ ਫਰਜ਼ੀ ਸਰੋਤ ਜੀ ਹਾਂ, ਨੌਜਵਾਨਾਂ, ਬੀਬੀਆਂ ਤੇ ਆਮ ਲੋਕਾਂ ਦੇ ਵਿੱਚ ਕਈ ਸ਼ਿਕਵੇ ਤੇ ਸਵਾਲ ਨੇ। ਤੇ ਉਧਰ ਸੀਐਮ ਸਾਹਿਬ ਦੀ ਗੱਲ ਕਰੀਏ ਤਾਂ ਵੱਖਰੇ ਅੰਦਾਜ਼ ਦੇ ਵਿੱਚ ਪਪੂਲਰ ਹੋਏ ਸੀਐਮ ਚੰਨੀ ਦਾ ਇਹ ਸ਼ਾਇਰਾਨਾ ਅੰਦਾਜ਼ ਨਜ਼ਰ ਆਇਆ। आते आते आएगा दिल को करार, जाते जाते बेकरारी जाएगी। ਸਿਰਫ ਸੀਐਮ ਚੰਨੀ ਕਿਉਂ, ਨਵਜੋਤ ਸਿੱਧੂ ਵੀ ਸ਼ਾਇਰ ਹੀ ਸ਼ਾਇਰ ਦੇ ਵਿੱਚ ਬਹੁਤ ਕੁਝ ਕਹਿ ਗਏ। ਲਓ, ਮੈਂ ਅਫਸਰਾਂ ਦੀ ਗੱਲ ਕਰਦਾ ਸੀ, ਮੈਂ ਗੁਰੂ ਦੇ ਇਨਸਾਫ ਦੀ ਗੱਲ ਕਰਦਾ ਸੀ, ਤੇ ਜਦੋਂ ਅਫਸਰ ਬੋਲੇ, ਜਦੋਂ ਅਫਸਰ ਬਦਲੇ, ਜਦੋਂ ਡੀਜੀਪੀ ਬਦਲਿਆ ਤੇ ਜਦੋਂ ਐਡਵੋਕੇਟ ਜਨਰਲ ਬਦਲਿਆ ਤੇ ਕਰਾਰ ਆਇਆ ਤੇ ਮਜੀਠਾ ਫਰਾਰ ਹੋਇਆ ਕਿ ਨਾ ਹੋਇਆ? ਹੋਇਆ ਕਿ ਨਾ ਹੋਇਆ? ਹੋਇਆ ਕਿ ਨਾ ਹੋਇਆ? ਜਦੋਂ ਤੋਂ ਠੋਕ ਕੇ ਮਾਰੋ ਤਾੜੀ ਟਿਕਾ ਕੇ। ਜਿੱਥੇ ਲੋਕ ਜਵਾਬ ਮੰਗਦੇ ਨੇ, ਪਰ ਸਰਕਾਰ 'ਚ ਇੱਕ ਮੰਤਰੀ ਅਜਿਹੇ ਵੀ ਨੇ ਜੋ ਖੁਦ ਕਹਿੰਦੇ ਨੇ ਕਿ ਮੇਰੇ ਵਿਭਾਗ ਦਾ ਹਿਸਾਬ ਵੀ ਲੈ ਲਓ, ਪੁੱਛ ਲਓ ਕੀ ਕੰਮ ਕੀਤਾ। ਯਕੀਨ ਨਹੀਂ ਆਉਂਦਾ, ਜ਼ਰਾ ਸੁਣਦੇ ਹਾਂ। ਮਸਤ ਰਹੀਦਾ ਆਪਣੇ ਆਪ 'ਚ, ਆਪਣੇ ਮਹਿਕਮੇ ਦੀ ਤਾਂ ਗੱਲ ਕਰੋ ਮੇਰੇ ਨਾਲ, ਉਹ ਤੁਸੀਂ ਕਰਦੇ ਹੀ ਨਹੀਂ। 2022 ਨੂੰ ਲੈ ਕੇ ਸਿਆਸੀ ਲੜਾਈ ਕਰਦੇ ਸਿਆਸਤਦਾਨ ਅੱਜਕੱਲ ਪੂਰੇ ਜ਼ੁਬਾਨੀ ਹਮਲਾਵਰ ਨੇ, ਪਰ ਸੀਐਮ ਚੰਨੀ ਨਾ ਸਿਰਫ ਬੋਲਦੇ ਨੇ ਬਲਕਿ ਵੱਖਰਾ ਕਰਦੇ ਵੀ ਨਜ਼ਰ ਆ ਰਹੇ ਨੇ। ਹੋਰ ਤਾਂ ਹੋਰ, ਡਰਾਈਵਰ ਸੀਟ ਤੇ ਬੈਠ ਕੇ ਬੱਸ ਹੀ ਚਲਾ ਦਿੱਤੀ ਤੇ ਕਿਹਾ ਮੈਂ ਬੱਸ ਵੀ ਚਲਾ ਲੈਣਾ। ਆ ਗਈ ਰੋਡਵੇਜ਼ ਦੀ ਲਾਰੀ, ਸੋਹਣਾ ਬੂਹਾ ਸੋਹਣੀ ਬਾਰੀ। ਆ ਗਈ ਰੋਡਵੇਜ਼ ਦੀ ਲਾਰੀ, ਸੋਹਣਾ ਬੂਹਾ ਸੋਹਣੀ ਬਾਰੀ। ਇਹਦੀ ਲੰਬੇ ਰੂਟ ਦੀ ਤਿਆਰੀ, ਸੋਹਣੀਆਂ ਸੜਕਾਂ ਤੇ ਪੈਣੀ ਹੈ। ਪਰ ਫਿਰ ਵਿਰੋਧੀ ਤਾਂ ਵਿਰੋਧੀ ਨੇ, ਜਵਾਬ ਸੁਣੋ ਕੀ ਆਉਂਦਾ। वो बस अच्छी चला लेते हैं, हम सरकार अच्छी चला लेते हैं। वो तो सब कुछ ही कर लेते हैं जी, सिर्फ लोगों की भलाई के बिना और सरकार चलाने के बिना सब कुछ। ਕਈ ਪਾਰਟੀਆਂ ਮੈਦਾਨ ਦੇ ਵਿੱਚ ਨੇ ਖੇਤੀ ਕਾਨੂੰਨਾਂ ਦਾ ਮਸਲਾ ਹੱਲ ਕਰ। ਬੀਜੇਪੀ ਜਿੱਥੇ ਦਾਲ ਆ ਰਹੀ ਹੈ ਤਾਂ ਕਿਸਾਨ ਵੀ ਸੰਯੁਕਤ ਸਮਾਜ ਮੋਰਚਾ ਬਣਾ ਚੁੱਕੇ ਨੇ। ਹੁਣ ਜ਼ਰਾ ਨਜ਼ਰ ਮੁੱਖ ਸਿਆਸੀ ਤੇ ਲੋਕਾਂ ਦੇ ਮੁੱਦਿਆਂ ਦੇ ਵੱਲ, ਜਿਸ ਨੂੰ ਸਿਆਸਤਦਾਨਾਂ ਨੇ ਆਪਣੇ ਬਿਆਨਾਂ ਦੇ ਨਾਲ ਸਿਆਸੀ ਬਣਾ ਦਿੱਤਾ ਹੈ। ਮੁੱਦਾ ਹੈ ਖੇਤੀ ਕਾਨੂੰਨ ਤੇ ਉਹਨਾਂ ਨੂੰ ਰੱਦ ਕਰ ਲੋਕਾਂ ਦੀ ਰਾਏ ਦਾ। ਮੁੱਦਾ ਹੈ ਕੈਪਟਨ ਅਮਰਿੰਦਰ ਸਿੰਘ ਵੇਲੇ ਕੀਤੇ ਵਾਅਦਿਆਂ ਦੇ ਜਵਾਬਦੇਹੀ ਦਾ। ਮੁੱਦਾ ਹੈ ਨਸ਼ੇ ਤੇ ਰੁਜ਼ਗਾਰ ਦਾ। ਇਹਨਾਂ ਮੁੱਦਿਆਂ ਤੇ ਲੋਕਾਂ ਦੀ ਕਚਹਿਰੀ 'ਚ ਕਈ ਜ਼ੁਬਾਨੀ ਉਤਰਾ ਚੜਾ ਸਿਆਸਤਦਾਨਾਂ ਦੇ ਨੇ ਤੇ ਕਈ ਵਾਰ ਸ਼ਬਦਾਂ ਦੀ ਮਰਿਆਦਾ ਵੀ ਭੁੱਲ ਜਾਂਦੇ ਨੇ। ਸਭ ਤੋਂ ਪਹਿਲਾਂ ਜ਼ਿਕਰ ਵਿਪਾਕੀ ਦੇ ਨਾਲ ਬੋਲਣ ਵਾਲੇ ਨਵਜੋਤ ਸਿੱਧੂ ਦਾ ਕਰਦੇ ਹਾਂ, ਜਿਨ੍ਹਾਂ ਇੱਕ ਪਾਰਟੀ ਦੇ ਦਰਸ਼ਨੀ ਘੋੜੀ ਕਹਿ ਕੇ ਤੰਜ ਕੱਸਿਆ। ਫਿਰਕਾ ਪ੍ਰਸਤ ਤਾਕਤਾਂ ਆ ਗਈਆਂ, ਹੱਟੀਆਂ ਉਹਨਾਂ ਲਾ ਲੀਆਂ ਤੇ ਅੱਜ ਆਵਾਜ਼ ਉੱਠਦੀ ਹੈ। 5 ਸਾਲਾਂ ਬਾਅਦ ਦਰਸ਼ਨ ਦਿੱਤੇ ਆ ਦਰਸ਼ਨੀ ਘੋੜਿਆਂ ਨੇ ਤੇ ਆ ਕੇ ਕਹਿੰਦੇ ਆ ਵੀ ਆਫਿਸ ਖੋਲ ਲਿਆ ਸੀ ਜਲੰਧਰ, ਯਾਦ ਕਰਾਂਗੇ ਅੰਦਰ, ਨਹੀਂ ਤੇ ਆਜੋ ਜਲੰਧਰ। ਸਮਝਦੇ ਹੋ? ਇਹ ਬਾਂਹ ਮਰੋੜੀਆਂ ਜਾ ਰਹੀਆਂ ਨੇ, ਈਡੀਆਂ ਪੰਜਾਬ ਦੇ ਵਿੱਚ ਇੱਥੇ ਵਸਾਈਆਂ ਜਾ ਰਹੀਆਂ ਨੇ। ਜਿੰਨੀਆਂ ਏਜੰਸੀਆਂ ਉਹਨਾਂ ਦੀ ਤਾਕਤ ਲਾ ਕੇ ਜਿਹਨੇ ਥੋੜਾ ਬਹੁਤਾ ਵੀ ਘਪਲਾ ਕੀਤਾ ਉਹਨੂੰ ਇਲੈਕਸ਼ਨ ਦੇ 1 ਮਹੀਨਾ ਪਹਿਲਾਂ ਤੰਗ ਕਰਕੇ ਆਏ, ਕਿਹਾ ਜਾ ਰਿਹਾ ਵੀ ਸਾਡੇ ਨਾਲ ਆ ਜਾ, ਤੇ ਉਹਦੇ ਤੋਂ ਹੀ ਕਾਂਗਰਸ ਦੇ ਖਿਲਾਫ ਸਟੇਟਮੈਂਟਾਂ ਦਵਾਈਆਂ ਜਾ ਰਹੀਆਂ। ਇਹ ਬਹੁਤ ਵੱਡੀ ਗੇਮ ਹੈ। ਤਾਂ ਨਸ਼ੇ ਤੇ ਬੇਅਦਬੀ ਨੂੰ ਵੱਡਾ ਮੁੱਦਾ ਦੱਸ ਸਿੱਧੂ ਆਪਣੀ ਸਰਕਾਰ ਤੇ ਹਮਲਾਵਰ ਨੇ। ਪਰ ਇਸ ਤੋਂ ਪਹਿਲਾਂ ਮੰਤਰੀ ਸਹਿਬਾਨਾਂ ਨੇ ਸਿੱਧੂ ਸਾਹਿਬ ਨੂੰ ਕਿਹੜੀ ਨਸੀਹਤ ਦਿੱਤੀ ਸੀ, ਉਹ ਵੀ ਸੁਣ ਲੈਂਦੇ ਹਾਂ। ਅਸੀਂ ਇਹਨੂੰ ਵੈਂਡੇਟਾ ਕਰ ਰਹੇ ਹਾਂ, ਕੋਈ ਸਾਡਾ ਵੈਂਡੇਟਾ ਨਹੀਂ। ਜੋ ਕਾਨੂੰਨ ਕਰ ਰਿਹਾ ਸੀ ਉਹਦੇ ਮੁਤਾਬਕ ਚੱਲ ਰਹੇ ਹਾਂ। ਸਿੱਧੂ ਸਾਹਿਬ ਦੇ ਬੈਨਰ ਨੂੰ ਆਧਾਰ ਬਣਾ ਰਹੇ ਨੇ ਉਹ ਸਿੱਧੂ ਸਾਹਿਬ, ਮੈਂ ਇਹੀ ਕਹਿ ਰਿਹਾ ਕਿ ਉਹਨਾਂ ਦੇ ਜਿਹੜੇ ਬਿਆਨ ਨੇ, ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਕਿ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਲੈਣ ਦੇਈਏ। ਕੋਰਟ ਵਿੱਚ ਕੇਸ ਲੱਗਾ, ਕੋਈ ਇਹੋ ਜੀ ਗੱਲ ਨਾ ਕਰੀਏ ਕਿ ਜਿਹੜਾ ਇਹ ਕੀਤਾ ਜਾਏ ਕਿ ਮੈਂ ਕਰ ਰਿਹਾ। ਸਿੱਧੂ ਸਾਹਿਬ ਨੂੰ ਕੁਛ ਨਾ ਕੁਛ ਕਾਂਗਰਸ ਪਾਰਟੀ ਦਾ ਕਲਚਰ ਸਿੱਖਣਾ ਪਏਗਾ। ਸਿੱਧੂ ਮਾਡਲ ਇੱਥੇ ਹਮੇਸ਼ਾ ਕਾਂਗਰਸ ਮਾਡਲ ਰਿਹਾ। ਬਸ ਨਸੀਹਤ ਨਹੀਂ, ਆਪ ਨੂੰ ਤਾਂ ਮਾਫੀ ਮੰਗਣ ਤੇ ਖਰੀਆਂ ਸੁਣਾਈਆਂ ਗਈਆਂ ਡਿਪਟੀ ਸੀਐਮ ਸਾਹਿਬ ਵੱਲੋਂ। ਮੈਂ ਕੇਜਰੀਵਾਲ ਸਾਹਿਬ ਨੂੰ ਇੱਕ ਚੀਜ਼ ਪੁੱਛਣੀ ਚਾਹੁੰਦਾ ਕਿ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਉਹਨਾਂ ਦੇ ਨਾਲ ਮਿਲੀ ਹੋਈ ਆ। ਉਹਨਾਂ ਦੇ ਜਿਹੜੇ ਉਹਨਾਂ ਨੇ ਮਾਫੀਨਾਮਾ ਮੰਗਿਆ, ਜਿਹੜੀ ਮਾਫੀ ਮੰਗੀ ਆ ਕੇਜਰੀਵਾਲ ਦੇ ਸਾਈਨ ਨੇ, ਇਹਦੇ ਤੇ ਚੰਨੀ ਸਾਹਿਬ ਜਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਨਹੀਂਗੇ ਕਿ ਉਹਦੇ ਕੋਲੋਂ।
ਤਾਂ ਸੁਖਬੀਰ ਬਾਦਲ ਨੇ ਕਈ ਲੀਡਰਾਂ ਦੇ ਬੀਜੇਪੀ ਦੇ ਵਿੱਚ ਸ਼ਮੂਲੀਅਤ ਕਰਨ ਤੇ ਸਵਾਲ ਖੜੇ ਕਰ ਦਿੱਤੇ ਤਾਂ ਉਦਾਹਰਨ ਵੀ ਦਿੱਤੀ ਬਾਬਰੀ ਮਸਜਿਦ ਦੀ। ਇਹ ਜੀਆਂ ਘਟਨਾ ਹੋਈਆਂ ਆਪਾਂ ਬੜਾ ਲਾਈਟਲੀ ਲੈ ਰਹੇ, ਅੱਖਾਂ ਮੀਚ ਕੇ ਬੈਠੇ ਆ, ਜਿਵੇਂ ਕਹਿੰਦਾ ਕਬੂਤਰ ਬੈਠਾ ਤੇ ਅੱਖਾਂ ਮੀਚ ਕੇ ਤੇ ਬਿੱਲੀ ਆ ਜਾਂਦੀ ਹੈ, ਦੇਖਦਾ ਨਹੀਂ ਹੁਣ ਖਾ ਜਾਂਦੀ ਹੈ। ਹੁਣ ਜਿਹੜਾ ਕੀ ਹੋ ਕੀ ਰਿਹਾ, ਤੁਹਾਡੇ ਤੇ ਵਾਰ ਹੋ ਰਿਹਾ, ਤੁਹਾਡੇ ਤੇ ਹਮਲੇ ਹੋ ਰਹੇ ਆ, ਤੁਸੀਂ ਅੱਖਾਂ ਮੀਚ ਕੇ ਬੈਠੇ ਹੋ। ਮੈਂ ਤੁਹਾਨੂੰ ਇੱਕੋ ਇੱਕ ਐਗਜ਼ਾਮਪਲ ਦੇਣਾ ਚਾਹਣਾ ਹੈ। ਦੇਖੋ, ਬੀਜੇਪੀ ਦੀ ਲੀਡਰਸ਼ਿਪ ਨੇ ਬਾਬਰੀ ਮਸਜਿਦ ਤੇ ਹਮਲਾ ਕਰਕੇ ਢਾਇਆ ਕਿ ਨਹੀਂ? ਹਿੰਦੁਸਤਾਨ 'ਚ ਜਿੰਨੇ ਇਲੈਕਸ਼ਨ ਹੋਏ ਐ, ਇੱਕ ਮੁਸਲਮਾਨ ਨੇ ਭਾਈ ਨੇ ਬੀਜੇਪੀ ਨੂੰ ਨਹੀਂ ਵੋਟ ਪਾਈ ਤੇ ਨਾ ਕੋਈ ਉਹਦੇ ਸ਼ਾਮਿਲ ਹੋਇਆ। ਉਧਰ ਸੀਐਮ ਸਾਹਿਬ ਯੂਨੀਵਰਸਿਟੀ ਪਹੁੰਚੇ ਤੇ ਭੰਗੜਾ ਪਾ ਕੇ ਨੌਜਵਾਨਾਂ 'ਚ ਜੋਸ਼ ਵੀ ਭਰਿਆ, ਪਰ ਕੋਰੋਨਾ ਦੇ ਮੱਦੇਨਜ਼ਰ ਸੋਸ਼ਲ ਮੀਡੀਆ ਤੇ ਜ਼ਰੂਰ ਗਿਰਦੇ ਨਜ਼ਰ ਆਏ। ਉਹ ਇਸ ਸਭ ਦੇ ਵਿਚਾਲੇ ਕਿਸਾਨਾਂ ਨੂੰ ਕਿਵੇਂ ਭੁੱਲ ਸਕਦੇ ਆ? 25 ਦਸੰਬਰ ਨੂੰ 22 ਜਥੇਬੰਦੀਆਂ ਨੇ ਚੋਣਾਂ ਦਾ ਐਲਾਨ ਤਾਂ ਕੀਤਾ, ਪਰ ਆਪ ਦੇ ਨਾਲ ਗੱਠਜੋੜ ਦੀਆਂ ਅਜੇ ਵੀ ਚਰਚਾਵਾਂ ਨੇ। ਰਾਜੇਵਾਲ ਸਾਹਿਬ ਨੇ ਤਾਂ ਸਾਡੇ ਪੱਤਰਕਾਰ ਪੰਕਜ ਕਪਾਹੀ ਨੂੰ ਹੀ ਪੁੱਛ ਲਿਆ, ਦੱਸੋ ਮੈਂ ਕਦੋਂ ਕਿਹਾ ਮੈਂ ਸੀਐਮ ਫੇਸ ਹਾਂ? ਕਿ ਸੀਐਮ ਚਿਹਰਾ ਉਹਨਾਂ ਨੇ ਵੀ ਨਹੀਂ ਐਲਾਨਿਆ, ਸੀਐਮ ਚਿਹਰਾ ਤੁਹਾਨੂੰ ਐਲਾਨ ਦਿੱਤਾ। ਤੁਹਾਨੂੰ ਆਫਰ ਆਈ ਹੈ, ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਐਜ਼ ਏ ਸੀਐਮ ਫੇਸ ਆਮ ਆਦਮੀ ਪਾਰਟੀ ਚਾਹੋ। ਮੇਰੀ ਭਾਈ ਦੀ ਗੱਲ ਸਮਝੋ, ਮੈਨੂੰ ਕਿਤੇ ਮੇਰੀ ਇੱਕ ਸਟੇਟਮੈਂਟ ਅੱਜ ਤੱਕ ਦਿਖਾ ਦਿਓ ਜਿੱਥੇ ਮੈਂ ਕਿਹਾ ਹੋਵੇ ਵੀ ਮੈਂ ਸੀਐਮ ਬਣਨਾ ਚਾਹੁੰਦਾ। ਬਾਕੀ ਸਭ ਤਾਂ ਠੀਕ ਹੈ ਪਾਰਟੀ ਦੀ ਸਿਆਸਤ, ਪਰ ਇਸ ਵਾਰ ਔਰਤਾਂ ਨੂੰ ਲੈ ਕੇ ਹਰ ਪਾਰਟੀ ਦੇ ਵੱਡੇ ਦਾਅਵੇ ਨੇ। ਕਈ ਬੀਬੀਆਂ ਨੇ ਸਵਾਗਤ ਕਰ ਦਿੱਤਾ ਤਾਂ ਕਈ ਉਲਟਾ ਸਵਾਲ ਕਰਦੀਆਂ ਨਜ਼ਰ ਆਈਆਂ ਨੇ। ਉਹਦੀ ਸਭ ਤੋਂ ਵੱਡੀ ਤੰਗੀ 12ਵੀਂ 'ਚ ਸ਼ੁਰੂ ਹੁੰਦੀ ਹੈ, ਜਦੋਂ ਉਹਨੇ 5-5 ਕਿਲੋਮੀਟਰ ਤੁਰ ਕੇ ਜਾਣਾ ਕਿਸੇ ਕਾਲਜ ਦੇ ਵਿੱਚ, ਉਹਨੂੰ ਉਹਦੇ ਭਾਈ ਨੇ ਛੱਡਣ ਜਾਣਾ ਕਾਲਜ ਦੇ ਵਿੱਚ। ਅਸੀਂ ਉਹਨੂੰ ਉਹ ਵਾਹਨ ਦੇਾਂਗੇ 12ਵੀਂ ਜਦੋਂ ਕਰੂ ਕਾਲਜ ਦੇ ਵਿੱਚ ਜਾਣ ਲਈ ਦਾਖਲਾ ਦਊ, ਉਹ ਦਾਖਲੇ ਦੀ ਪਰਚੀ ਦੇ ਨਾਲ ਹੀ ਅਸੀਂ ਬਗੈਰ ਜਿਹੜੀ ਪੈਟਰੋਲ ਨਾ ਮਾਤਰ ਖਾਂਦੀ ਆ ਉਹ ਸਕੂਟੀ ਲੈ ਕੇ ਦੇਾਂਗੇ, ਉਹ ਸਕੂਟੀ ਲੈ ਕੇ ਦੇਾਂਗੇ। ਪਰ ਐਲਾਨ ਤੋਂ ਬਾਅਦ ਨੌਜਵਾਨਾਂ ਨੇ ਕੀ ਕਿਹਾ, ਚਲੋ ਸੁਣਦੇ ਹਾਂ। ਦੇਖ ਛੋਟੇ ਵੀਰ, ਐਲਾਨ ਤਾਂ ਇਹ ਬਹੁਤ ਕਰਦੇ ਨੇ। ਕਦੇ ਕਹਿੰਦੇ ਨੇ ਬੱਚਿਆਂ ਨੂੰ ਸਕੂਟਰੀਆਂ ਦੇਵਾਂਗੇ, ਕਦੇ ਕਹਿੰਦੇ ਨੇ ਮਜ਼ਦੂਰਾਂ ਨੂੰ ਦਿਹਾੜੀ ਦੇਵਾਂਗੇ, ਕਦੇ ਕਹਿੰਦੇ ਨੇ ਔਰਤਾਂ ਦੇ ਖਾਤੇ ਦੇ ਵਿੱਚ 1000 ਰੁਪਈਆ ਪਾਵਾਂਗੇ। ਪਰ ਇਹਨਾਂ ਨੇ ਜਿਹੜੇ ਕਿਸਾਨਾਂ ਦੀਆਂ ਔਰਤਾਂ ਨੇ ਉਹਨਾਂ ਨੂੰ ਤਾਂ ਕੀ ਸਹੂਲਤਾਂ ਦੇਣੀਆਂ ਤੀਆਂ? ਇਹ ਤਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵੀ ਦਿਹਾੜੀ ਨਹੀਂ ਦੇ ਰਹੇ ਪੂਰੀ। ਇਹ ਕਹਿਣ ਵੇਲੇ ਤਾਂ ਬਹੁਤ ਕੁਝ ਕਹਿ ਦਿੰਦੇ ਨੇ। ਪਹਿਲਾਂ ਮੋਦੀ ਵੀ ਬਹੁਤ ਕੁਝ ਕਹਿੰਦਾ ਸੀ ਵੀ ਅਸੀਂ ਇਹ ਕਰ ਦਾਂਗੇ, ਉਹ ਕਰ ਦਾਂਗੇ। ਇਹ ਕੋਈ ਵੀ ਮੰਗਾਂ ਪੂਰੀਆਂ ਨਹੀਂ ਕਰਦੇ। ਹਾਂ, ਇਸ ਤੋਂ ਪਹਿਲਾਂ ਤਾਂ ਸਿੱਧੂ ਸਾਹਿਬ ਨੇ ਖੁਦ ਅਜਿਹੇ ਐਲਾਨਾਂ ਨੂੰ ਖਰਾਬ ਕਿਹਾ ਸੀ। 1000 ਰੁਪਈਆ ਕਿਉਂ ਬਈ? ਨਕਮੇ ਆ ਪੰਜਾਬੀਆਂ ਨਾਲੋਂ ਅਣਖ ਵਾਲਾ ਬੰਦਾ ਕੋਈ ਨਹੀਂ। ਸਾਡੀਆਂ ਧੀਆਂ ਭੈਣਾਂ ਨੂੰ ਤੁਸੀਂ 1000 ਰੁਪਈਏ ਦਿਓਗੇ, ਭਾਈ ਦੱਸ ਨਾ ਕਿ 1000 ਰੁਪਈਆ ਕਿਸੇ ਨੇ ਲੈਣਾ? ਮੇਰੀ ਘਰ ਵਾਲੀ ਨੂੰ ਮੈਂ ਭਗਾ ਕੇ ਮਾਰੂ। ਖਰਾਚ ਖਾਨੇ ਆ, ਪੰਜਾਬੀ ਭੀਖ ਨਹੀਂ ਮੰਗਦਾ, ਨਾ ਭੀਖ ਚਾਹੀਦੀ ਹੈ। ਸੋ ਪਹਿਲਾ ਜਿਹੜਾ ਮੇਰੀ ਅਨਾਉਂਸਮੈਂਟ ਹੈ ਕਿ ਗ੍ਰਹਿਣੀਆਂ ਦੇ ਲਈ ਉਹਨਾਂ ਨੂੰ 2000 ਰੁਪਈਏ ਹਰ ਮਹੀਨੇ ਉਹਨਾਂ ਦੇ ਅਕਾਊਂਟ 'ਚ, ਔਰ ਉਹਦੇ ਨਾਲ 8 ਸਿਲੰਡਰ ਫ੍ਰੀ। ਐਲਾਨਾਂ ਤੱਕ ਤਾਂ ਠੀਕ ਸੀ, ਪਰ ਭਗਵੰਤ ਮਾਨ ਨੇ ਨਵਜੋਤ ਸਿੱਧੂ ਨੂੰ ਆ ਕੀ ਕਹਿਤਾ ਕਿ ਲੋਕਾਂ ਦੇ ਢਿੱਡੀ ਸੂਲ ਪੈ ਗਏ। ਨਵਜੋਤ ਸਿੰਘ ਸਿੱਧੂ ਜਿਹੜਾ ਨਾ, ਉਹ ਵਿਆਹ ਦੇ ਵਿੱਚ ਲੈਣ ਦੇਣ ਵਾਲੇ ਸੂਟਾਂ ਵਰਗਾ ਹੈ। ਨਾ ਤਾਂ ਉਹਨਾਂ ਨੂੰ ਕੋਈ ਬੋਲਦਾ ਹੈ, ਨਾ ਉਹਨਾਂ ਨੂੰ ਕੋਈ ਸਮਾਉਂਦਾ ਹੈ। ਬਸ ਇੱਕ ਪੇਟੀ 'ਚ, ਦੂਜੀ ਪੇਟੀ 'ਚ, ਚੌਥੇ ਸੰਦੂਕ 'ਚ ਐ ਤੁਰੇ ਫਿਰਦੇ ਆ। 2 ਸਾਲਾਂ ਬਾਅਦ ਕਈ ਵਾਰੀ ਆਪਦੇ ਵਾਲਾ ਆਪਦੇ ਕੋਲ ਹੀ ਮੁੜਿਆ ਆਉਂਦਾ ਹੈ। ਉਹ ਕਹਿੰਦਾ ਖੋਲਿਓ ਨਾ ਮਾਮੇ ਦੀ ਕੁੜੀ ਦੇ ਵਿਆਹ ਵੇਲੇ 2 ਮਹੀਨੇ ਨੂੰ ਇੱਧਰ ਨੂੰ ਛਾੜ ਦਾਂਗੇ। ਪਰ ਹੁਣ ਸਭ ਤੋਂ ਮਾੜੀ ਗੱਲ ਇਹ ਹੋਈ ਆ, ਕਾਂਗਰਸਾਨ ਨੇ ਉਹ ਸੂਟ ਲਿਫਾਫੇ 'ਚੋਂ ਕੱਢ ਲਿਆ। ਹੁਣ ਨਾ ਤਾਂ ਉਹ ਸਿਉਂਤਾ ਜਾਂਦਾ, ਨਾ ਲਿਫਾਫੇ 'ਚ ਵਾਪਸ ਪੈਂਦਾ। ਆ ਪੰਗਾ ਇਹਨਾਂ ਦਾ, ਗਾਲਾਂ ਸਾਨੂੰ ਕੱਢੀ। ਦੱਸਣਾ ਬੰਦ ਹੈ ਕਿ ਕੇਜਰੀਵਾਲ ਪੰਜਾਬ ਦੇ ਵਿੱਚ 1000 ਰੁਪਏ ਦੀ ਗਰੰਟੀ ਮਹਿਲਾਵਾਂ ਨੂੰ ਦੇ ਚੁੱਕੇ ਨੇ। ਸੋ ਇੱਕ ਦੂਜੇ ਨੂੰ ਜਨਤਾ ਦੇ ਕਟਾਰੇ ਦੇ ਵਿੱਚ ਖੜਾ ਕਰਨ ਦੀ ਵੀ ਕੋਈ ਕਸਰ ਸਿਆਸਤਦਾਨ ਨਹੀਂ ਛੱਡ ਰਹੇ। ਚੰਨੀ ਸਾਹਿਬ ਨੇ 36000 ਮੁਲਾਜ਼ਮਾਂ ਦਾ ਮੁੱਦਾ ਅਟਕਿਆ ਕਿਉਂ, ਇਸ ਲਈ ਬੀਜੇਪੀ ਸਮੇਤ ਰਾਜਪਾਲ ਨੂੰ ਜ਼ਿੰਮੇਵਾਰ ਦੱਸਿਆ। ਠੇਕੇ ਤੇ ਰੱਖੇ ਮੁਲਾਜ਼ਮਾਂ ਨੂੰ 36000 ਨੂੰ ਅਸੀਂ ਕਾਨੂੰਨ ਬਣਾ ਕੇ ਪੱਕਾ ਕੀਤਾ ਹੈ, ਲੇਕਿਨ ਗਵਰਨਰ ਸਾਹਿਬ ਵੱਲੋਂ ਰਾਜਨੀਤਿਕ ਕਾਰਨਾਂ ਕਰਕੇ ਫੈਲ ਨੂੰ ਰੋਕਿਆ ਹੋਇਆ ਹੈ। ਪਰ ਨਾਲ ਹੀ ਰਾਜਪਾਲ ਸਾਹਿਬ ਦਾ ਜਵਾਬ ਆਇਆ। ਉਹਨਾਂ ਕਿਹਾ ਸਭ ਬੇਬੁਨਿਆਦ ਹੈ।
ਪਰ ਦਿਲਚਸਪ ਤਾਂ ਵੀ ਸੀ ਜਦੋਂ ਭਗਵੰਤ ਮਾਨ ਇਹਨਾਂ ਬਿਆਨਾਂ ਨੂੰ ਤੜਕਾ ਲਾ ਗਏ। ਕੀ ਕਹਿ ਗਏ ਇਹ ਜ਼ਰੂਰ ਸੁਣਦੇ ਹਾਂ। ਤੇ ਫਿਰ ਚੰਨੀ ਸਾਹਿਬ, ਜਦੋਂ ਤੁਹਾਨੂੰ ਪਤਾ ਹੈ ਕਿ ਫਾਈਲ ਤੇ ਸਾਈਨ ਹੋਏ ਨਹੀਂ, ਤੇ ਤੁਸੀਂ ਪੰਜਾਬ ਦਾ ਕੋਈ ਖੰਭਾ, ਕੋਈ ਦਰਖਤ ਜਾਂ ਕੋਈ ਬੱਸ ਛੱਡੀ ਨਹੀਂ ਹੈਗੀ ਇਹ ਲਿਖ ਕੇ ਕਿ 36000 ਮੁਲਾਜ਼ਮ ਕੀਤੇ ਪੱਕੇ। ਤੁਸੀਂ ਐਂ ਲਿਖਣਾ ਸੀ ਫਿਰ ਕਿ 36000 ਮੁਲਾਜ਼ਮਾਂ ਦੀ ਫਾਈਲ ਭੇਜੀ ਰਾਜਪਾਲ ਨੂੰ। ਝੂਠ ਬੋਲ ਰਿਹਾ ਦਾ ਮਤਲਬ ਨਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਸੋ ਫਿਲਹਾਲ ਅੱਜ ਦੇ ਚੁਣਾਵੀ ਤੜਕੇ ਇੰਨੇ ਹੀ ਸਨ। ਦੇ ਇਜਾਜ਼ਤ, ਧੰਨਵਾਦ।